ਹਰ ਜਾਪ ਨ ਛਾੜਿਓ ਏਕ ਕਰੀ। मथुरा जन को प्रभ दीन दयाल है, संगत श्रेष्ठ निहाल करी। रामदास गुरु जग तारन को, गुर जोत अर्जुन माहे धरी। रामदास गुरु जग तारन को, गुर जोत अर्जुन माहे धरी। फिरत फिरत प्रभ आया, परया तो सरनाए। नानक की प्रभ बेनती, अपनी भगति लाए। सतपुरख जिन जानिया, सतगुर तिसका नाओ। तिसकै संग सिख उधरै, नानक हर गुण गाओ। सुकाओ ढल गुर सेविय, ऐनस सहज सुभाए। दर्शन परसिय गुरु कै, जन्म मरण दुख जाए। होवै सिफत खसमदी, नूर अरसों कुरसों चटिया। तुद डिठे सच्चे पातशाह, मार जन्म जन्म दी कटिया। तुद डिठे सच्चे पातशाह, मार जन्म जन्म दी कटिया। सतनाम श्री वाहिगुरु साहिब जीओ। तनासरी महला पंजवा। तुम दाते ठाकुर प्रतिपालक, नायक खसम हमारे। निमक निमक तुम ही प्रतिपाल हो, हम बारिक तुमरे तारे। जिहवा एक कौन गुण कहिया, बेसुमार बेअंत स्वामी। तेरो अंत ना किन्ही लैया। तुम दाते ठाकुर प्रतिपालक, नायक खसम हमारे। वाहिगुरु जी का खालसा, वाहिगुरु जी की फतेह। पतत पावन गरीब नवाज सतगुरु गुरु ग्रंथ साहिब जियां दी पावन पवित्र हजूरी अंदर आप संगतां ने बैठ के सतगुरां दी गुरबानी दे रस भिन्ने कीर्तन शब्द आपां सरवण कीते। पवित्र बाणी गुरु नानक देव पातशाह जियां दी आसा दी वार, जिहदे विच कुछ शब्द धन गुरु अंगद देव पातशाह जियां ने अते गुरु रामदास पातशाह ने बख्शिश कीते ने। ऐसी अमृत बाणी नूं आप संगतां ने कीर्तन दे रूप दे विच सरवण कीता है। आओ कुछ समय लई अपने मन दे ध्यान नूं टका के भावना दे नाल सतगुरां दे जो अमृत बचन ने गुरबाणी दे अंदर, इन्हां नूं सरवण करके लाहा प्राप्त करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ।
ਧਨਾਸਰੀ ਮਹਲਾ ਪੰਜਵਾ। ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਇਹ ਆਪਾਂ ਨੂੰ ਪਵਿੱਤਰ ਉਪਦੇਸ਼ ਜੋ ਹੈ ਬਖਸ਼ਿਸ਼ ਕਰਨ ਜਾ ਰਹੇ ਨੇ 673 ਅੰਗ ਦੇ ਉੱਪਰ। ਇਹ ਅਖੀਰਲਾ ਸ਼ਬਦ ਮਹਾਰਾਜ ਜੀਆਂ ਨੇ ਪ੍ਰਾਰੰਭ ਕੀਤਾ ਹੈ ਔਰ ਇਸ ਸ਼ਬਦ ਦੀ ਜਿਹੜੀ ਸਮਾਪਤੀ ਹੈ ਉਹ 74 ਅੰਗ ਦੇ ਉੱਪਰ ਜਾ ਕੇ ਹੋਵੇਗੀ। ਸੋ ਧਨਾਸਰੀ ਗੁਰਮੁਖੋ ਰਾਗ ਦਾ ਨਾਮ ਹੈ। ਇਹ ਰਾਗ ਦੀ ਘਰਵਾਲੀ ਹੈ। ਧਨਾਸਰੀ ਜੋ ਰਾਗਨੀ ਹੈ ਅਤੇ ਇਸ ਨੂੰ ਗਾਉਣ ਦਾ ਤੀਜਾ ਪੈਰ ਗ੍ਰੰਥਾਂ ਦੇ ਵਿੱਚ ਵਿਦਵਾਨਾਂ ਵੱਲੋਂ ਲਿਖਿਆ ਹੈ ਵੀ ਤੀਜੇ ਪੈਰ ਇਸ ਨੂੰ ਗਾਇਆ ਜਾ ਸਕਦਾ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਹ ਸ਼ਬਦ ਹੈ ਜਿਨ੍ਹਾਂ ਨੂੰ ਇਹ ਬਚਨ ਹੋਏ ਨੇ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਵੱਲੋਂ ਦੋਏ ਥਾ ਬਾਣੀ ਕਾ ਬੋਏ ਥਾ, ਕਿ ਇਹ ਜੋ ਸਾਡੇ ਦੋਤੇ ਹਨ ਦੋਤਰੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਇਹ ਬਾਣੀ ਦਾ ਜਹਾਜ਼ ਹੋਣਗੇ। ਬਾਣੀ ਦਾ ਜਹਾਜ਼ ਤਿਆਰ ਕਰਨਗੇ। ਉਸ ਜਹਾਜ਼ ਦੇ ਮਾਲਕ ਨੇ ਐਸਾ ਜਹਾਜ਼ ਬਣਾਉਣਗੇ ਜਿਸ ਨੂੰ ਪੜ੍ਹ ਕੇ ਸੁਣ ਕੇ ਸੰਗਤ ਕਰਕੇ ਬੇਅੰਤ ਸੰਗਤਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੀਆਂ। ਐਸੇ ਵਰ ਜਿਹੜੇ ਸਨ ਮਹਾਰਾਜ ਜੀਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇਹ ਭੱਟਾ ਨੇ ਬਚਨ ਲਿਖੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ। ਆਪ ਜੀ ਨੇ ਜਨਮ ਤੋਂ ਹੀ ਬ੍ਰਹਮ ਦੀ ਪਹਿਚਾਣ ਨੂੰ ਬ੍ਰਹਮ ਦੀ ਪ੍ਰਾਪਤੀ ਨੂੰ ਕੀਤਾ ਹੈ। ਐਸੇ ਆਪ ਜੀ ਗੁਰੂ ਹੋ। ਐਸੇ ਗੁਰੂ ਦੇ ਮੁਖੋਂ ਆਪਾਂ ਉਪਦੇਸ਼ ਸਰਵਨ ਕਰ ਰਹੇ ਹਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਗੁਰੂ ਜੀ ਫਰਮਾਉਂਦੇ ਕਹਿਣ ਲੱਗੇ ਜੀ ਅਕਾਲ ਪੁਰਖ ਤੁਸੀਂ ਦਾਤੇ ਹੋ। ਦਾਤਾ ਕਿਹਾ ਜਾਂਦਾ ਦਾਤ ਵੰਡਣ ਵਾਲੇ ਨੂੰ, ਜਿਹੜਾ ਦਾਤ ਵੰਡਦਾ ਹੋਵੇ ਦਾਤ ਦਿੰਦਾ ਹੋਵੇ। ਤੇ ਆਪ ਜੀ ਸਾਰੀ ਸ੍ਰਿਸ਼ਟੀ ਨੂੰ ਦਾਨ ਦਿੰਦੇ ਪਏ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰ। ਸਾਨੂੰ ਆਪਣੇ ਪਰਿਵਾਰ ਵਿੱਚ ਆਪਣਾ ਫਿਕਰ ਹੈ। ਪਰਮਾਤਮਾ ਨੂੰ ਕੱਲੀ ਇੱਕ ਦੁਨੀਆ ਦਾ ਫਿਕਰ ਨਹੀਂ ਹੈ। ਮਹਾਰਾਜ ਨੇ ਬਚਨ ਲਿਖਿਆ ਕੋਟ ਬ੍ਰਹਮੰਡ ਕੋ। ਕੋਟ ਤੋਂ ਭਾਵ ਕਰੋੜਾਂ ਬ੍ਰਹਮੰਡ ਨੇ ਤੇ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਉਸ ਨੇ ਪੈਦਾ ਕੀਤੇ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ, ਸਾਰਿਆਂ ਜੀਆਂ ਨੂੰ ਦਾਤਾਂ ਦੇਣ ਵਾਲਾ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਜੇ ਕੋਈ ਜੀਵ ਪਾਣੀ ਵਿੱਚ ਰਹਿੰਦਾ ਉਹਦੀ ਪਾਲਣਾ ਵੀ ਹੋ ਰਹੀ ਹੈ, ਕੋਈ ਮਾਰੂ ਥਲ ਵਿੱਚ ਰਹਿੰਦਾ ਉਹਦੀ ਪਾਲਣਾ ਹੋ ਰਹੀ ਹੈ, ਕੋਈ ਆਕਾਸ਼ ਵਿੱਚ ਰਹਿੰਦਾ ਉਹਦੀ ਪਾਲਣਾ ਹੋ ਰਹੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਊੜੈ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਪਰਮਾਤਮਾ ਦੇ ਪਾਲਣ ਦਾ ਇੱਕ ਤਰੀਕਾ ਵੱਖਰਾ ਹੈ। ਹੈਰਾਨ ਕਰਨ ਵਾਲੀਆਂ ਉਹਦੀਆਂ ਖੇਡਾਂ ਨੇ। ਵਿਦਵਾਨਾਂ ਨੇ ਲਿਖਿਆ ਜੋ ਕੂੰਜਾਂ ਹਨ ਠੰਡੇ ਪਹਾੜਾਂ ਦੇ ਵਿੱਚ ਬਰਫੀਲੇ ਪਹਾੜਾਂ ਵਿੱਚ ਆਪਣੇ ਆਂਡੇ ਦਿੰਦੀਆਂ। ਆਂਡੇ ਦੇਣ ਤੋਂ ਉਪਰੰਤ ਉਹ ਕੂੰਜਾਂ ਉੱਥੋਂ ਉੱਡ ਕੇ ਅੱਗੇ ਕਿਸੇ ਹੋਰ ਇਲਾਕੇ ਨੂੰ ਚਲੇ ਜਾਂਦੀਆਂ। ਉਹਨਾਂ ਦੇ ਆਂਡੇ ਜਿਹੜੇ ਨੇ ਉੱਥੇ ਬਰਫੀਲੇ ਪਹਾੜਾਂ ਦੇ ਵਿੱਚ ਹੀ ਪਏ ਹੋਏ। ਪਰ ਪਰਮਾਤਮਾ ਨੇ ਉਹਨਾਂ ਕੂੰਜਾਂ ਦੇ ਸਿਮਰਨ ਦੇ ਵਿੱਚ ਇੰਨੀ ਸ਼ਕਤੀ ਹੈ, ਭਾਵੇਂ ਕਿ ਉਹ ਕੂੰਜਾਂ ਉੱਡੀਆਂ ਜ਼ਰੂਰ ਜਾ ਰਹੀਆਂ ਕਿਸੇ ਹੋਰ ਇਲਾਕੇ ਨੂੰ ਜਾਣ ਵਾਸਤੇ, ਪਰ ਉਹਨਾਂ ਕੂੰਜਾਂ ਦਾ ਚੇਤਾ ਜਿਹੜਾ ਧਿਆਨ ਹੈ ਆਪਣੇ ਆਂਡਿਆਂ ਦੇ ਵੱਲ ਹੈ। ਤੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ, ਉਹਨਾਂ ਦੀ ਸਿਮਰਨ ਦੀ ਤਾਕਤ ਦੇ ਨਾਲ ਆਂਡਿਆਂ ਦੇ ਵਿੱਚੋਂ ਬੱਚੇ ਨਿਕਲੇ। ਫਿਰ ਉਹਨਾਂ ਬੱਚਿਆਂ ਨੂੰ ਉੱਡਣ ਜੋਗਾ ਕੀਤਾ। ਊਡੇ ਊੜ ਆਵੈ ਸੈ ਕੋਸਾ। ਕੂੰਜਾਂ ਉੱਡ ਕੇ ਸੈ ਕੂਹਾਂ ਚਲੇ ਗਈਆਂ, ਸੈਂਕੜੇ ਕੋਹ ਚਲੇ ਗਈਆਂ ਉੱਡ ਕੇ। ਤਿਸ ਪਾਛੈ ਬਚਰੇ ਸ਼ਰਿਆ। ਉੱਡੀਆਂ ਜਾਂਦੀਆਂ ਕੂੰਜਾਂ ਆਪਣੇ ਆਂਡਿਆਂ ਨੂੰ ਪਹਾੜਾਂ ਵਿੱਚ ਜਿਹੜੀਆਂ ਦੇ ਕੇ ਆਈਆਂ ਚੇਤੇ ਕਰਦੀਆਂ। ਉਹਨਾਂ ਦੇ ਸਿਮਰਨ ਵਿੱਚ ਇੰਨੀ ਤਾਕਤ ਹੈ, ਉਹਨਾਂ ਦੇ ਚੇਤੇ ਕਰਨ ਵਿੱਚ ਇੰਨੀ ਤਾਕਤ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ
ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਿਲਾਵੈ ਤਿਨ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜਾਂ ਦੇ ਬੱਚਿਆਂ ਨੂੰ ਕੌਣ ਉੱਥੇ ਲਿਆ ਕੇ ਮੂੰਹ ਦੇ ਵਿੱਚ ਚੋਗਾ ਪਾਵੇਗਾ? ਕਿਹੜਾ ਉਹਨਾਂ ਨੂੰ ਲਿਆ ਕੇ ਪਾਣੀ ਦੀ ਚੁੰਝ ਭਰ ਕੇ ਮੂੰਹ ਵਿੱਚ ਪਾਵੇਗਾ? ਕਿਹੜਾ ਉਹਨਾਂ ਦੀ ਪਾਲਣਾ ਕਰੇਗਾ? ਤੇ ਪਰਮਾਤਮਾ ਨੇ ਉਹਨਾਂ ਕੂੰਜਾਂ ਦੇ ਸਿਮਰਨ ਵਿੱਚ ਇੰਨੀ ਤਾਕਤ ਪਾ ਦਿੱਤੀ ਹੈ, ਬੱਚੇ ਵੀ ਨਿਕਲੇ, ਬੱਚੇ ਪਲੇ ਵੀ। ਔਰ ਇੱਕ ਦਿਨ ਉਹ ਆਇਆ, ਉਹ ਕੂੰਜਾਂ ਦੇ ਬੱਚੇ ਉੱਡ ਕੇ ਆਪਣੇ ਮਾਤਾ ਪਿਤਾ ਦੇ ਨਾਲ ਫਿਰ ਆ ਕੇ ਮਿਲ ਗਏ। ਇਹ ਬੜੀ ਹੈਰਾਨ ਕਰਨ ਵਾਲੀ ਦਾਸਤਾਨ ਹੈ। ਇਹਦਾ ਇਹ ਉਦਾਹਰਨ ਦਿੱਤੀ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ। ਤੇਰੇ ਮਨ ਵਿੱਚ ਮਤਾਂ ਇਹ ਖਿਆਲ ਹੋਵੇ ਵੀ ਮੈਂ ਹੀ ਸਾਰਿਆਂ ਨੂੰ ਪਾਲਣ ਵਾਲਾ, ਮੇਰੇ ਕਰਕੇ ਮੇਰੇ ਬੱਚੇ ਮੇਰਾ ਪਰਿਵਾਰ ਪਲਦਾ ਹੈ। ਜੇ ਮਨ ਵਿੱਚ ਕਿਤੇ ਇਹ ਗੱਲ ਆ ਜਾਵੇ ਤੇ ਫਿਰ ਕੂੰਜਾਂ ਦਾ ਧਿਆਨ ਕਰ ਲਵੀਂ। ਕੂੰਜਾਂ ਦੇ ਬੱਚੇ ਬਿਨਾਂ ਮਾਂ ਬਾਪ ਤੋਂ ਜਨਮ ਵੀ ਲੈ ਲੈਂਦੇ, ਪਲ ਵੀ ਜਾਂਦੇ ਔਰ ਨਾਲ ਵੀ ਮਿਲ ਜਾਂਦੇ। ਇਹ ਕਿਹਦੀ ਖੇਡ ਹੈ? ਇਹ ਪਰਮਾਤਮਾ ਦੀ ਹੈ। ਇੱਕ ਉਦਾਹਰਨ ਭਗਤ ਧੰਨਾ ਜੀਆਂ ਨੇ ਗੁਰਬਾਣੀ ਵਿੱਚ ਦਿੱਤੀ ਹੈ। ਜਦੋਂ ਗੁਰਬਾਣੀ ਨੂੰ ਪੜ੍ਹਦੇ ਨਾ, ਵਿਚਾਰਦੇ, ਤੇ ਬੜੇ ਹੈਰਾਨ ਹੋ ਜਾਈਦਾ। ਉਹਨਾਂ ਨੇ ਧਰਤੀ ਤੇ ਰਹਿਣ ਵਾਲੇ ਜਾਨਵਰ ਦੀ, ਇੱਕ ਨਿੱਕੇ ਜਿਹੇ ਜੀਵ ਦੀ ਉਹਨਾਂ ਨੇ ਉਦਾਹਰਨ ਦਿੱਤੀ ਹੈ। ਕਹਿਣ ਲੱਗੇ, ਕੁੰਮੀ ਜਲ ਮੈਂ ਤਨ ਤਿਸ ਬਾਹਰ। ਕੱਛੂ ਕੁੰਮੀ ਜਿਹੜੀ ਹੈ ਨਾ, ਉਹ ਪਾਣੀ ਵਿੱਚ ਰਹਿੰਦੀ ਹੈ, ਉਹਦਾ ਭੋਜਨ ਪਾਣੀ ਵਿੱਚ ਹੀ, ਉਹਨੂੰ ਜੋ ਖਾਣਾ ਉਹਨੇ ਖਾ ਲੈਣਾ। ਪਰ ਜਦੋਂ ਕੱਛੂ ਕੁੰਮੀ ਨੂੰ ਆਂਡੇ ਦੇਣ ਦਾ ਸਮਾਂ ਆਉਂਦਾ ਨਾ, ਉਦੋਂ ਉਹਨੂੰ ਪਾਣੀ ਤੋਂ ਬਾਹਰ ਨਿਕਲਣਾ ਪੈਂਦਾ। ਬਾਹਰ ਬਰੇਤੀ ਤੇ ਆ ਕੇ ਆਪਣੇ ਪੈਰਾਂ ਦੇ ਨਾਲ ਰੇਤਾ ਪਰੇ ਕਰਕੇ ਤੇ ਉੱਥੇ ਆ ਕੇ ਆਂਡੇ ਦੇ ਕੇ ਉੱਪਰੋਂ ਰੇਤਾ ਪਾ ਦਿੰਦੀ ਹੈ। ਮਹਾਰਾਜ ਕਹਿਣ ਲੱਗੇ, ਕੁੰਮੀ ਜਲ ਮੈਂ, ਕੱਛੂ ਕੁੰਮੀ ਰਹਿੰਦੀ ਪਾਣੀ ਵਿੱਚ ਹੈ। ਤਨ ਤਿਸ ਬਾਹਰ, ਤਨ ਤੋਂ ਭਾਵ ਹੁੰਦਾ ਜਿਹੜੇ ਉਹਦੇ ਆਂਡੇ ਨੇ, ਉਹ ਆ ਕੇ ਬਾਹਰ ਦਿੱਤੇ ਬਰੇਤੀ ਦੇ ਵਿੱਚ, ਰੇਤਾ ਦੇ ਵਿੱਚ ਦੇ ਕੇ ਚਲੇ ਗਈ। ਤਨ ਤਿਸ ਬਾਹਰ, ਜਦੋਂ ਬੱਚੇ ਬਾਹਰ ਦਿੱਤੇ ਨਾ ਆਂਡੇ ਦੇ ਕੇ, ਤੇ ਸਮਾਂ ਹੌਲੀ ਹੌਲੀ ਲੰਘਿਆ ਤੇ ਉਹਨਾਂ ਆਂਡਿਆਂ ਦੇ ਵਿੱਚੋਂ ਫਿਰ ਨਿੱਕੇ ਨਿੱਕੇ ਕੱਛੂ ਕੁੰਮੀ ਦੇ ਬੱਚੇ ਪੈਦਾ ਹੋ ਗਏ। ਤੇ ਜਦੋਂ ਬੱਚੇ ਪੈਦਾ ਹੋਏ ਨਾ, ਤੇ ਕੱਛੂ ਕੁੰਮੀ ਨੂੰ ਪਰਮਾਤਮਾ ਦੇ ਵੱਲੋਂ ਇੱਕ ਨਿਯਮ ਇਹੋ ਜਿਹਾ ਕਿ ਉਹਦੇ ਤਣ ਦੇ ਵਿੱਚੋਂ ਦੁੱਧ ਨਹੀਂ ਨਿਕਲਦਾ। ਕੱਛੂ ਕੁੰਮੀ ਆਪਣਾ ਦੁੱਧ ਨਹੀਂ ਪਿਲਾ ਸਕਦੀ ਆਪਣੇ ਬੱਚੇ ਨੂੰ। ਵੱਖ ਵੱਖ ਜੀਵ ਬਣਾਏ ਨਾ ਪਰਮਾਤਮਾ ਨੇ, ਕੋਈ ਦੁੱਧ ਦੇ ਕੇ ਪਾਲਦਾ ਹੈ, ਕੋਈ ਭੋਜਨ ਦੇ ਕੇ ਪਾਲਦਾ, ਕਿਸੇ ਨਾ ਕਿਸੇ ਤਰ੍ਹਾਂ ਕਿਸੇ ਦੀ ਪਾਲਣਾ ਹੁੰਦੀ ਹੈ ਨਿੱਕੇ ਨਿੱਕੇ ਜੀਵਾਂ ਦੀ। ਪਰ ਕੱਛੂ ਕੁੰਮੀ ਨੂੰ ਦੁੱਧ ਆਉਂਦਾ ਹੀ ਨਹੀਂ। ਇਹ ਪਰਮਾਤਮਾ ਦੀ ਮੌਜ ਹੈ। ਕਹਿਣ ਲੱਗੇ ਵੀ ਕੱਛੂ ਕੁੰਮੀ ਨੂੰ ਦੁੱਧ ਨਹੀਂ ਆਇਆ, ਹੁਣ ਬੱਚੇ ਕਾਹਦੇ ਨਾਲ ਪਲਣਗੇ? ਭੁੱਖੇ ਨਹੀਂ ਮਰ ਜਾਣਗੇ। ਤੇ ਦੂਜੀ ਗੱਲ ਉਹਨਾਂ ਨੇ ਇਹ ਵਰਤੀ ਹੈ, ਕਹਿਣ ਲੱਗੇ, ਪੰਖ ਖੀਰ ਤਨ ਨਾਹੀ। ਉਹਨਾਂ ਬੱਚਿਆਂ ਨੂੰ ਖੰਭ ਨਹੀਂ ਲੱਗੇ ਵੀ ਉੱਡ ਕੇ ਚਲੋ ਇੱਥੇ ਨਹੀਂ ਤੇ ਉਹ ਦੂਜੇ ਪਾਸੇ ਜਾ ਕੇ ਕੋਈ ਨਿੱਕਾ ਮੋਟਾ ਕੀੜਾ ਮਕੌੜਾ ਖਾ ਲੈਣ। ਤੇ ਆਪਾਂ ਨੂੰ ਵੀ ਪਤਾ ਵੀ ਕੱਛੂ ਕੁੰਮੀ ਦੇ ਬੱਚੇ ਉੱਡ ਨਹੀਂ ਸਕਦੇ, ਕਿਉਂਕਿ ਖੰਭ ਨਹੀਂ ਲੱਗੇ। ਕੱਛੂ ਕੁੰਮੀ ਨੂੰ ਦੁੱਧ ਨਹੀਂ ਆਉਂਦਾ। ਪਰਮਾਤਮਾ ਦੀ ਮੌਜ ਵੇਖ ਲਓ। ਪਰਮਾਤਮਾ ਦੀਆਂ ਦੁਨੀਆ ਬਣਾਈ ਤੇ ਦੁਨੀਆ ਨੂੰ ਪਾਲਣਾ ਕਰਨ ਦੇ ਕੌਤਕ ਸੁਣ ਕੇ ਹੈਰਾਨ ਹੋ ਜਾਈਦਾ ਹੈ। ਮਾਂ ਪਾਣੀ ਵਿੱਚ ਰਹਿਣ ਵਾਲੀ ਹੈ, ਬੱਚੇ ਬਾਹਰ ਰੇਤਾ ਤੇ ਪਏ ਹੋਏ ਨੇ, ਬੱਚਿਆਂ ਕੋਲ ਖੰਭ ਕੋਈ ਨਹੀਂ ਉੱਡਣ ਵਾਸਤੇ, ਮਾਂ ਦੇ ਕੋਲ ਦੁੱਧ ਨਹੀਂ ਹੈ ਪਿਲਾਉਣ ਵਾਸਤੇ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਨ ਨਾਹੀ, ਕਹਿ ਪੂਰਨ ਧੰਨਾ ਤਾਹੂ ਕੋ, ਮਤ ਰੇ ਜੀੜ ਰਾਹੀ ਭਗਤ। ਧੰਨਾ ਜੀ ਕਹਿਣ ਲੱਗੇ, ਉਹ ਬੰਦਿਆ, ਫਿਰ ਵੀ ਪਰਮਾਤਮਾ ਉਹਨਾਂ ਕੱਛੂ ਕੁੰਮੇ ਦੇ ਬੱਚਿਆਂ ਦਾ ਪੇਟ ਬਾਹਰ ਭਰਦਾ ਪਿਆ ਹੈ, ਫਿਰ ਵੀ ਉਹਨਾਂ ਨੂੰ ਭੋਜਨ ਮਿਲਦਾ ਪਿਆ ਹੈ, ਫਿਰ ਵੀ ਉਹਨਾਂ ਦੇ ਗੁਜ਼ਾਰੇ ਦਾ ਉਹਨੇ ਪ੍ਰਬੰਧ ਕੀਤਾ ਹੋਇਆ ਹੈ। ਜਦੋਂ ਥੋੜ੍ਹੇ ਵੱਡੇ ਹੋਣਗੇ ਫਿਰ ਉਹ ਪਾਣੀ ਵਿੱਚ ਜਾ ਕੇ ਆਪਣੇ ਮਾਂ ਬਾਪ ਨੂੰ ਮਿਲ ਲੈਣਗੇ। ਤੇ ਪਰਮਾਤਮਾ ਦੇ ਕੰਮ ਹੈਰਾਨ ਕਰਨ ਵਾਲੇ ਨੇ ਨਾ। ਤੈਨੂੰ ਆਪਣਾ ਫਿਕਰ ਪਿਆ ਹੋਇਆ, ਮੈਂ ਨਾ ਹੋਵਾਂ ਤੇ ਦੁਨੀਆ ਨਾ ਚੱਲੇ, ਮੈਂ ਨਾ ਹੋਵਾਂ ਤੇ ਪਰਿਵਾਰ ਨਾ ਚੱਲੇ। ਪਰਮਾਤਮਾ ਜਦੋਂ ਪਾਲਣ ਤੇ ਆਉਂਦਾ ਉਦੋਂ ਕੱਛੂ ਕੁੰਮੀ ਦੇ ਬੱਚਿਆਂ ਨੂੰ ਵੀ ਪਾਲ ਦਿੰਦਾ, ਜਦੋਂ ਪਾਲਣ ਤੇ ਆਉਂਦਾ ਕੂੰਜਾਂ ਦੇ ਬੱਚਿਆਂ ਨੂੰ ਪਾਲ ਦਿੰਦਾ ਹੈ। ਇਹ ਉਹਨੇ ਸਾਡੇ ਵਾਸਤੇ ਤਾਂ ਜੂਨਾਂ ਬਣਾਈਆਂ, ਤੈਨੂੰ ਵੇਖ ਕੇ ਸਮਝ ਆ ਜਾਵੇ ਕਿ ਪਾਲਦਾ ਤੇ ਉਹੀ ਹੈ, ਤੇਰਾ ਤੇ ਇੱਕ ਬਹਾਨਾ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਤੁਮ ਦਾਤੇ, ਪਰਮੇਸ਼ਰ ਜੀ ਤੁਸੀਂ ਦਾਤੇ ਹੋ, ਦਾਤਾਂ ਦਿੰਦੇ ਪਏ ਹੋ।
ਔਰ ਦਾਤਾਂ ਵੀ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਦਿੰਦੇ ਪਏ ਹੋ। ਇੱਕ ਘਰ ਦਾ ਜਾਂ ਇੱਕ ਪਰਿਵਾਰ ਦਾ ਤੁਹਾਨੂੰ ਫਿਕਰ ਨਹੀਂ ਹੈ, ਇੱਕ ਦੇਸ਼ ਦਾ ਜਾਂ ਇੱਕ ਧਰਤੀ ਦਾ ਤੁਹਾਨੂੰ ਫਿਕਰ ਨਹੀਂ ਹੈ, ਤੁਹਾਨੂੰ ਤੇ ਕਰੋੜਾਂ ਬ੍ਰਹਮੰਡਾਂ ਦਾ ਫਿਕਰ ਹੈ, ਤੇ ਉੱਥੇ ਕਰੋੜਾਂ ਰਹਿਣ ਵਾਲੇ ਜੀਵਾਂ ਦਾ ਫਿਕਰ ਹੈ। ਭਾਈ ਜੀਵਾ ਜੀ ਹੋਏ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਿੱਖ, ਤੇ ਭਾਈ ਜੀਵਾ ਜੀ ਦੀ ਡਿਊਟੀ ਸੀ ਮਹਾਰਾਜ ਨੂੰ ਭੋਜਨ ਬਣਾ ਕੇ ਛਕਾਉਣਾ। ਤੇ ਸਤਿਗੁਰੂ ਪਾਤਸ਼ਾਹ ਜੀ ਥੋੜਾ ਜਿਹਾ ਦਲੀਆ ਛਕ ਲੈਂਦੇ ਜਾਂ ਕਦੇ ਕਦੇ ਮਹਾਰਾਜ ਖਿਚੜੀ ਛਕ ਲੈਂਦੇ, ਬੜਾ ਹਲਕਾ ਫੁਲਕਾ ਜਿਹਾ ਭੋਜਨ ਛਕਦੇ ਗੁਰੂ ਅੰਗਦ ਦੇਵ ਪਾਤਸ਼ਾਹ। ਇੱਕ ਦਿਨ ਕੀ ਹੋਇਆ, ਸਵੇਰ ਵੇਲੇ ਦਾ ਭੋਜਨ ਬਣਾਉਣਾ ਮਹਾਰਾਜ ਜੀਆਂ ਦਾ, ਤੇ ਬਹੁਤ ਜ਼ਿਆਦੀ ਹਨੇਰੀ ਚੱਲ ਪਈ। ਅੱਜ ਤੇ ਸਾਡੇ ਕੋਲ ਬੜੇ ਸਾਧਨ ਨੇ ਨਾ ਪ੍ਰਸ਼ਾਦਾ ਬਣਾਉਣ ਦੇ, ਕਈ ਤਰ੍ਹਾਂ ਦੇ ਚੁੱਲ੍ਹੇ ਆ ਗਏ, ਕਈ ਤਰ੍ਹਾਂ ਦੇ ਗੈਸ ਆ ਗਏ। ਉਦੋਂ ਲੋਕ ਚੁੱਲ੍ਹੇ ਵਿੱਚ ਹੀ ਅੱਗ ਵਗੈਰਾ ਬਾਲਦੇ। ਹਨੇਰੀ ਚੱਲਦੀ ਪਈ ਹੈ, ਮੌਸਮ ਬੜਾ ਖਰਾਬ ਹੈ। ਭਾਈ ਜੀਵਾ ਵਾਰ-ਵਾਰ ਯਤਨ ਕਰਦਾ ਵੀ ਕਿਵੇਂ ਨਾ ਕਿਵੇਂ ਚੁੱਲ੍ਹੇ ਵਿੱਚ ਅੱਗ ਬਲੇ, ਮੈਂ ਮਹਾਰਾਜ ਵਾਸਤੇ ਭੋਜਨ ਬਣਾਵਾਂ, ਪਰ ਕਾਮਯਾਬੀ ਨਹੀਂ ਮਿਲਦੀ। ਜਦੋਂ ਅੱਗ ਬਾਲਣ ਦਾ ਯਤਨ ਕਰਦੇ ਹਨੇਰੀ ਆ ਜਾਂਦੀ, ਅੱਗ ਬੁੱਝ ਜਾਂਦੀ। ਨਿੱਕੀ ਮੋਟੀ ਬਾਰਿਸ਼ ਵੀ ਹੋਈ ਹੈ, ਬਾਲਣ ਵੀ ਗਿੱਲਾ ਹੋ ਗਿਆ, ਥੋੜ੍ਹੀ ਬਹੁਤੀ ਧੂੜ ਵੀ ਉੱਡਦੀ ਹੈ, ਕਣ ਵੀ ਉੱਡਦੇ ਨੇ। ਇਹ ਵੀ ਡਰ ਹੈ ਵੀ ਵਿੱਚ ਨਾ ਪੈ ਜਾਵੇ ਭੋਜਨ ਦੇ। ਕੁਝ ਕੁ ਸਮਾਂ ਉਡੀਕਿਆ ਤੇ ਭਾਈ ਜੀਵਾ ਜੀ ਕਹਿਣ ਲੱਗੇ, ਮਹਾਰਾਜ ਇਹ ਹਨੇਰੀ ਚੱਲਦੀ ਪਈ ਹੈ, ਮੈਂ ਤੁਹਾਡੇ ਵਾਸਤੇ ਭੋਜਨ ਨਹੀਂ ਬਣਾ ਪਾ ਰਿਹਾ, ਆਪ ਜੀ ਕੋਈ ਕਰੋ ਕਿਰਪਾ ਭੋਜਨ ਬਣਾ ਲਵਾਂ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ ਭਾਈ ਜੀਵਾ ਜੀ, ਅਸੀਂ ਦੁਪਹਿਰੇ ਛਕ ਲਵਾਂਗੇ। ਜੇ ਹੁਣ ਨਹੀਂ ਅੱਗ ਬਲਦੀ, ਨਹੀਂ ਕੋਈ ਯਤਨ ਹੁੰਦਾ, ਤੇ ਕੋਈ ਗੱਲ ਨਹੀਂ, ਦੁਪਹਿਰੇ ਭੋਜਨ ਲੈ ਲਵਾਂਗੇ। ਕਰਦਿਆਂ ਕਰਾਉਂਦਿਆਂ ਦੁਪਹਿਰ ਆ ਗਿਆ, ਪਰ ਹਨੇਰੀ ਅਜੇ ਵੀ ਚੱਲਦੀ ਪਈ ਹੈ, ਉਸੇ ਤਰ੍ਹਾਂ ਹੀ ਝੱਖੜ ਚੱਲਦਾ ਪਿਆ। ਭਾਈ ਜੀਵਾ ਜੀ ਫਿਰ ਆਏ, ਕਹਿਣ ਲੱਗੇ, ਮਹਾਰਾਜ ਹਨੇਰੀ ਤੇ ਨਾ ਘਟੀ ਹੈ ਤੇ ਨਾ ਹਟੀ ਹੈ, ਆਪ ਜੀ ਕਿਰਪਾ ਕਰੋ, ਆਪ ਜੀ ਬਚਨ ਕਹਿ ਦਿਓ ਮੁਖੋਂ ਵੀ ਹਨੇਰੀ ਹਟ ਜਾਵੇ। ਤੁਹਾਡੇ ਕਹਿਣ ਦੇ ਨਾਲ ਮਹਾਰਾਜ ਹਨੇਰੀ ਹਟ ਜਾਣੀ ਹੈ, ਮੈਂ ਭੋਜਨ ਬਣਾ ਲਵਾਂਗਾ। ਫਿਰ ਜੇ ਤੁਹਾਡੀ ਮੌਜ ਹੋਵੇਗੀ ਤੇ ਦੁਬਾਰਾ ਫਿਰ ਚਲਾ ਦਿਓ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸੁਣੇ ਨਾ ਬਚਨ, ਤੇ ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਜੀਵਿਆ, ਇਹ ਚੱਲਦੀ ਹਨੇਰੀ ਅਸੀਂ ਬੰਦ ਨਹੀਂ ਕਰਾਂਗੇ। ਪਖੰਡੀਆਂ ਦੇ ਕੋਲ ਮਾੜੀ ਜੀ ਤਾਕਤ ਆ ਜਾਵੇ ਨਾ, ਥੋੜੀ ਜਿਹੀ ਕੋਈ ਰਿੱਧੀ ਸਿੱਧੀ ਕੋਈ ਕਰਾਮਾਤ ਆ ਜਾਵੇ, ਤੇ ਝੱਟ ਹੁੱਬ ਕੇ ਵਿਖਾਉਂਦੇ ਬਾਹਰ ਨਿਕਲ ਕੇ ਵੀ ਆਹ ਵੇਖੋ ਮੇਰੇ ਕੋਲ ਤਾਕਤ ਹੈ। ਕਾਰਨ ਇਹ ਹੈ, ਪਬਲਿਸਿਟੀ ਹੋਵੇਗੀ, ਮੇਰੀ ਮਸ਼ਹੂਰੀ ਹੋਵੇਗੀ, ਦੁਨੀਆ ਮੇਰੇ ਮਗਰ ਲੱਗੇਗੀ। ਜਿੰਨੀ ਵੱਧ ਮਗਰ ਲੱਗੇਗੀ ਓਨਾ ਮੇਰੇ ਕੋਲ ਚੜਾਵਾ ਵੱਧ ਆਵੇਗਾ। ਦੁਨੀਆ ਦੇ ਲੋਕਾਂ ਨੂੰ ਭੁੱਖ ਹੈ ਆਪਣੀ ਮਸ਼ਹੂਰੀ ਕਰਨ ਵਾਸਤੇ। ਬੜੇ ਬੜੇ ਇਸ਼ਤਿਹਾਰ ਕੀਤੇ ਜਾਂਦੇ, ਬੜੇ ਬੜੇ ਅਜੀਬੋ ਗਰੀਬ ਕੰਮ ਕਰਕੇ ਵਿਖਾਏ ਜਾਂਦੇ, ਪਰ ਗੁਰਮੁਖੋ ਪੂਰੇ ਗੁਰੂ ਨੂੰ ਭੁੱਖ ਕੋਈ ਨਹੀਂ ਹੈ ਮਸ਼ਹੂਰੀ ਦੀ। ਸਤਿਗੁਰੂ ਕਹਿਣ ਲੱਗੇ, ਕੋਈ ਗੱਲ ਨਹੀਂ, ਹਨੇਰੀ ਨਹੀਂ ਹਟੀ ਤੇ ਰਹਿਣ ਦੇ, ਪਰ ਹਨੇਰੀ ਹਟਾਉਣੀ ਨਹੀਂ, ਆਪਾਂ ਰਾਤ ਨੂੰ ਛਕ ਲਵਾਂਗੇ ਭੋਜਨ, ਸਾਰਾ ਦਿਨ ਭੁੱਖੇ ਰਹਿ ਲਵਾਂਗੇ। ਗੁਰਮੁਖੋ ਦੁਪਹਿਰ ਦਾ ਸਮਾਂ ਵੀ ਲੰਘ ਗਿਆ, ਸ਼ਾਮ ਪੈਣ ਵਾਲੀ ਹੋ ਗਈ ਹੈ। ਉਹਨਾਂ ਸਮਿਆਂ ਵਿੱਚ ਲੋਕ ਸੂਰਜ ਦੇ ਛਿਪਣ ਤੋਂ ਭੋਜਨ ਛਕ ਲੈਂਦੇ ਸਨ, ਛਿਪਣ ਤੋਂ ਪਹਿਲਾਂ। ਭਾਈ ਜੀਵਾ ਜੀ ਫਿਰ ਆਏ, ਮਹਾਰਾਜ ਹਨੇਰੀ ਤੇ ਅਜੇ ਵੀ ਉਸੇ ਤਰ੍ਹਾਂ ਹੀ ਚੱਲਦੀ ਪਈ ਹੈ, ਭੋਜਨ ਤੇ ਤਿਆਰ ਨਹੀਂ ਹੋ ਰਿਹਾ, ਹੁਣ ਹੀ ਆਪ ਜੀ ਬਚਨ ਕਰ ਦਿਓ ਹਨੇਰੀ ਹਟ ਜਾਵੇ। ਮਹਾਰਾਜ ਕਹਿਣ ਲੱਗੇ, ਭਾਈ ਜੀਵਾ ਜੀ ਹਨੇਰੀ ਚੱਲਣ ਦੇ ਕਈ ਕਾਰਨ ਨੇ, ਭੋਜਨ ਜੇ ਹੁਣ ਨਹੀਂ ਛਕਾਂਗੇ ਤੇ ਸਵੇਰੇ ਛਕ ਲਵਾਂਗੇ। ਅਸੀਂ ਤੇ 12 ਘੰਟੇ 14 ਘੰਟੇ ਭੁੱਖ ਦੇ ਨਾਲ ਕੱਢ ਲਵਾਂਗੇ, ਕੋਈ ਗੱਲ ਨਹੀਂ, ਪਰ ਇਸ ਹਨੇਰੀ ਚੱਲਦੀ ਨੇ, ਪ੍ਰਮਾਤਮਾ ਨੇ ਇਹਨੂੰ ਚਲਾਇਆ, ਇਹਦੇ ਤੋਂ ਕਈ ਕੰਮ ਲੈਣੇ ਨੇ। ਤੇ ਭਾਈ ਜੀਵਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਵੀ ਉਹ ਕਿਹੜੇ ਕੰਮ ਨੇ ਜਿਹੜੀ ਹਨੇਰੀ ਕਰਦੀ ਪਈ ਹੈ। ਸਤਿਗੁਰੂ ਕਹਿਣ ਲੱਗੇ, ਬੰਦਰਗਾਹਾਂ ਦੇ ਉੱਪਰ ਪਤਾ ਨਹੀਂ ਕਿੰਨੇ ਕੁ ਜਿਹੜੇ ਮੁਸਾਫਰ ਨੇ ਔਰ ਕਿੰਨੇ ਕੁ ਸੁਦਾਗਰ ਨੇ, ਆਪੋ ਆਪਣੇ ਜਹਾਜ਼ ਲੈ ਕੇ ਸਮੁੰਦਰਾਂ ਦੇ ਕਿਨਾਰਿਆਂ ਤੇ ਖਲੋਤੇ ਹੋਏ ਨੇ। ਉਹ ਰੱਬ ਦੇ ਅੱਗੇ ਅਰਦਾਸ ਕਰਦੇ ਪਏ ਵੀ ਪ੍ਰਮਾਤਮਾ ਹਨੇਰੀ ਚੱਲੇ, ਹਵਾ ਆਵੇ ਤੇ ਸਾਡੇ ਜਹਾਜ਼ ਪਾਣੀ ਵਿੱਚ ਚੱਲਣ। ਸਵਾਰੀਆਂ ਕਹਿ ਰਹੀਆਂ ਵੀ ਅਸੀਂ ਆਪੋ ਆਪਣੇ ਘਰ ਨੂੰ, ਦੇਸ਼ ਨੂੰ ਜਾ ਸਕੀਏ। ਵਪਾਰੀ ਕਹਿ ਰਹੇ ਨੇ ਵੀ ਇਹ ਸਮਾਨ ਨੂੰ ਚੁੱਕ ਕੇ ਦੂਜੀ ਥਾਂ ਤੇ ਲੈ ਜਾਈਏ, ਸਾਨੂੰ ਕੋਈ ਮੁਨਾਫਾ ਹੋ ਜਾਵੇ, ਇਹ ਸਮਾਨ ਦੂਜੇ ਟਾਪੂਆਂ ਵਿੱਚ ਜਾਏਗਾ।
ਜਿੱਥੇ ਕੋਈ ਭੋਜਨ ਦਾ ਜਾਂ ਕਿਸੇ ਚੀਜ਼ ਦਾ ਪ੍ਰਬੰਧ ਨਹੀਂ, ਇਹਦੇ ਨਾਲ ਪ੍ਰਮਾਤਮਾ ਨੇ ਇਸ ਸਮਾਨ ਦੇ ਨਾਲ ਉਹਨਾਂ ਦਾ ਪ੍ਰਬੰਧ ਕਰਨਾ ਹੈ। ਸੁਦਾਗਰਾਂ ਨੂੰ, ਵਪਾਰੀਆਂ ਨੂੰ ਵੀ ਇਹਦੇ ਨਾਲ ਰਿਜ਼ਕ ਦੇਣਾ ਹੈ। ਬਾਹਰ ਦੂਰ ਦਰੇਡੇ ਬੈਠਣ ਵਾਲਿਆਂ ਨੂੰ ਆਪਣੇ ਘਰਾਂ ਵਿੱਚ ਪਹੁੰਚਾਉਣਾ ਹੈ। ਪਰਮਾਤਮਾ ਨੇ ਜੇ ਹਨੇਰੀ ਚਲਾਈ ਹੈ, ਇਸ ਹਨੇਰੀ ਦੇ ਨਾਲ ਕਈ ਸਮੁੰਦਰ ਵਿੱਚ ਜਹਾਜ਼ਾਂ ਨੇ ਅੱਗੇ ਆਪਣਾ ਸਫ਼ਰ ਕਰਨਾ ਹੈ। ਅਸੀਂ ਆਪਣੇ ਭੋਜਨ ਬਦਲੇ ਕਈਆਂ ਨੂੰ ਘਰ ਤੋਂ ਬਾਹਰ ਰੱਖ ਲਈਏ ਤੇ ਕਈਆਂ ਦਾ ਵਪਾਰ ਜਿਹੜਾ ਹੁੰਦਾ ਬੰਦ ਕਰ ਲਈਏ। ਭਾਈ ਜੀਵਾ ਜੀ, ਇਹ ਤੇ ਠੀਕ ਨਹੀਂ ਨਾ ਹੋਵੇਗਾ। ਤੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਦੂਜਾ ਬਚਨ ਵੀ ਸੁਣ। ਜਿੱਥੇ ਧਰਤੀ ਤਾਂਬੇ ਦੀ ਹੈ ਨਾ, ਧਰਤੀ ਜਹਾਂ ਤਰਾਂਬ ਕੀ ਅਹਿ, ਲੱਖੋਂ ਬਿਸੀਅਰ ਤਿਸ ਥਲ ਰਹਿ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਜੀਵਿਆ, ਇਸ ਬ੍ਰਹਿਮੰਡ ਦੇ ਵਿੱਚ ਇੱਕ ਜਗ੍ਹਾ ਇਹੋ ਜਿਹੀ ਹੈ ਜਿੱਥੇ ਧਰਤੀ ਤਾਂਬੇ ਦੀ ਹੈ। ਉੱਥੇ ਵੱਡੇ ਵੱਡੇ ਅਜਗਰ ਸੱਪ ਰਹਿੰਦੇ ਨੇ, ਜਿਨ੍ਹਾਂ ਦੇ ਬੜੇ ਬੜੇ ਵੱਡੇ ਸਰੀਰਾਂ ਦੇ ਆਕਾਰ ਨੇ। ਉਹ ਇੰਨੇ ਵੱਡੇ ਹੋ ਗਏ ਨੇ, ਆਪਣਾ ਭੋਜਨ ਖਾਣ ਵਾਸਤੇ ਰਿੜ ਨਹੀਂ ਸਕਦੇ ਧਰਤੀ ਤੇ। ਜਿੱਥੇ ਬੈਠੇ ਬਸ ਉੱਥੇ ਹੀ ਬੈਠੇ ਹੋਏ ਨੇ। ਇੰਨੇ ਇੰਨੇ ਵੱਡੇ ਅਜਗਰ ਸੱਪ ਵੀ ਰੱਬ ਦੇ ਅੱਗੇ ਤਰਲਾ ਕਰਦੇ, ਪਰਮਾਤਮਾ ਜੇ ਅਸੀਂ ਨਹੀਂ ਹਿੱਲ ਸਕਦੇ ਤੇ ਸਾਡੇ ਭੋਜਨ ਦਾ ਤੇ ਪ੍ਰਬੰਧ ਕਰ। ਇਹ ਪਰਮਾਤਮਾ ਹਨੇਰੀ ਚਲਾਉਂਦਾ ਹੈ। ਹਨੇਰੀ ਦੇ ਨਾਲ ਮਿੱਟੀ ਉੱਡਦੀ ਹੈ, ਹਨੇਰੀ ਦੇ ਨਾਲ ਪੱਤੇ ਉੱਡਦੇ ਨੇ, ਹਨੇਰੀ ਦੇ ਨਾਲ ਰੁੱਖਾਂ ਦੇ ਵਿੱਚੋਂ ਹੋਰ ਕਈ ਪਦਾਰਥ ਟੁੱਟ ਟੁੱਟ ਕੇ ਡਿੱਗਦੇ। ਜਿੱਥੇ ਉਹ ਵਿਚਾਰੇ ਅਜਗਰ ਸੱਪ ਬੈਠੇ ਨੇ, ਉਹ ਆਪਣੇ ਮੂੰਹ ਖੋਲ੍ਹ ਲੈਂਦੇ ਨੇ। ਮਿੱਟੀ, ਘੱਟਾ, ਇਹ ਪੱਤੇ, ਇਹ ਟਾਹਣੀਆਂ, ਇਹ ਜੀਵ ਜਿਹੜੇ ਨੇ ਉਹਨਾਂ ਦੇ ਮੂੰਹ ਵਿੱਚ ਜਾ ਕੇ ਪੈਂਦੇ ਤੇ ਉਹ ਬੈਠੇ ਹੀ ਉੱਥੇ ਇਹਨਾਂ ਨੂੰ ਖਾ ਕੇ ਤੇ ਆਪਣਾ ਪੇਟ ਭਰਦੇ ਪਏ। ਹੁਣ ਜਿਹੜੇ ਇੰਨੇ ਬੇਗਿਣਤ ਜੀਵ ਬੈਠੇ ਨੇ ਆਪਣੀ ਭੁੱਖ ਮਿਟਾਉਣ ਵਾਸਤੇ, ਤੂੰ ਚਾਹੁੰਦਾ ਵੀ ਅਸੀਂ ਆਪਣੇ ਇੱਕ ਟਾਈਮ ਦੇ ਭੋਜਨ ਵਾਸਤੇ ਉਹਨਾਂ ਨੂੰ ਭੁੱਖੇ ਰੱਖ ਲਈਏ? ਨਹੀਂ ਭਾਈ ਜੀਵਾ ਜੀ, ਪ੍ਰਸ਼ਾਦਾ ਸਵੇਰੇ ਨਹੀਂ ਛਕਿਆ ਕੋਈ ਗੱਲ ਨਹੀਂ, ਦੁਪਹਿਰੇ ਨਹੀਂ ਛਕਿਆ ਕੋਈ ਗੱਲ ਨਹੀਂ, ਰਾਤ ਨੂੰ ਵੀ ਨਹੀਂ ਛਕਾਂਗੇ ਤੇ ਕੁਝ ਨਹੀਂ ਸਵੇਰੇ ਛਕ ਲਵਾਂਗੇ। ਪਰਮਾਤਮਾ ਦੇ ਕੀਤੇ ਹੋਏ ਇਸ ਕਾਰ ਦੇ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ। ਚੱਲਦੀ ਹਨੇਰੀ ਨੂੰ ਰੋਕਣਾ ਨਹੀਂ ਹੈ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਪੂਰੇ ਗੁਰ ਕੀ ਦੇਖ ਵਡਾਈ, ਇਹ ਹੈ ਪੂਰੇ ਗੁਰੂ ਦੀ ਵਡਿਆਈ। ਅਧੂਰਿਆਂ ਦੇ ਕੋਲ ਤੇ ਨਿੱਕੀ ਜੀ ਦਾਤ ਆ ਜਾਵੇ ਤੇ ਉਹਨੂੰ ਨਹੀਂ ਉਹ ਸਮਾ ਪਾਉਂਦੇ, ਉਹਨੂੰ ਨਹੀਂ ਸੰਭਾਲ ਪਾਉਂਦੇ। ਰੋ ਵਿਚਾਰ, ਸਤਿਗੁਰਾਂ ਨੂੰ ਫਿਕਰ ਹੈ, ਕਿਉਂਕਿ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੇ, ਸਾਰਿਆਂ ਨੂੰ ਪਾਲਣਾ। ਪਾਲਣ ਦਾ ਕੋਈ ਨਾ ਕੋਈ ਬਹਾਨਾ ਬਣਾਇਆ ਹੈ। ਤਾਂ ਮਹਾਰਾਜ ਨੇ ਲਿਖਿਆ, ਤੁਮ ਦਾਤੇ, ਅਕਾਲ ਪੁਰਖ ਜੀ ਤੁਸੀਂ ਦਾਤੇ ਹੋ, ਠਾਕੁਰ ਸਾਰਿਆਂ ਦੇ ਮਾਲਕ ਵੀ ਹੋ, ਐਸੇ ਹੋ ਆਪ ਜੀ। ਔਰ ਪ੍ਰਤਪਾਲਕ, ਤੁਸੀਂ ਸਾਰਿਆਂ ਦੀ ਪਾਲਣਾ ਵੀ ਕਰਦੇ ਪਏ ਹੋ। ਪਾਲਕ ਹੋ ਸਾਰਿਆਂ ਦੇ ਆਪ, ਸਾਰਿਆਂ ਜੀਵਾਂ ਨੂੰ ਆਪ ਜੀ ਪਾਲਣ ਵਾਲੇ ਹੋ। ਦੀਨਨ ਕੀ ਪ੍ਰਤਪਾਰ ਕਰੈ ਨਿਤ, ਬਾਣੀ ਦਾ ਬਚਨ ਪੜ੍ਹਦੇ ਹਨ। ਗਰੀਬਾਂ ਦੀ, ਅਮੀਰਾਂ ਦੀ, ਲੋੜਵੰਦਾਂ ਦੀ, ਬੇਲੋੜਵੰਦਾਂ ਦੀ, ਉੱਚਿਆਂ ਦੀ, ਨੀਵਿਆਂ ਦੀ, ਸਾਰਿਆਂ ਦੀ ਉਹ ਪਾਲਣਾ ਕਰਦਾ ਹੈ। ਪਸ਼ੂ ਪੰਛੀਆਂ ਦੀ ਪਾਲਣਾ ਕਰਦਾ, ਸਾਰਿਆਂ ਨੂੰ ਉਹ ਪਾਲਣ ਵਾਲਾ ਹੈ। ਨਾਇਕ ਖਸਮ ਹਮਾਰੇ, ਖਸਮ ਮਾਲਕ ਹੈ ਨਾ, ਉਹ ਨਾਇਕ ਹੈ ਭਾਈ ਸਾਰਿਆਂ ਦਾ, ਸਾਰੇ ਜੀਵਾਂ ਦਾ ਉਹ ਨਾਇਕ ਹੈ, ਸਾਰਿਆਂ ਜੀਵਾਂ ਦਾ ਉਹ ਮਾਲਕ ਹੈ। ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹੋ। ਫਿਰ ਉਹ ਪ੍ਰਮਾਤਮਾ ਹਰੇਕ ਨਿਮਖ ਕਾਲ ਸਮੇਂ ਦੇ ਵਿੱਚ ਪਾਲਦਾ ਹੈ। ਕੋਈ ਇਹੋ ਜਿਹਾ ਸਮਾਂ ਹੈ ਨਹੀਂ ਕਿ ਪਰਮਾਤਮਾ ਪਾਲੇ ਨਾ। ਮਨੁੱਖ ਦਾ ਇੱਕ ਸਮਾਂ ਵੱਧ ਗਿਆ ਨਾ, ਦੁਪਹਿਰੇ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਛੁੱਟੀ ਮਿਲੇਗੀ, ਤੁਸੀਂ ਰੋਟੀ ਖਾ ਸਕਦੇ ਹੋ। ਨੌਕਰੀ ਕਰਦੇ ਨਾ ਜਿਹੜੇ ਲੋਕ, ਨੌਕਰੀ 'ਤੇ ਜਾਂਦੇ, ਨੌਕਰੀ ਕਰਦਿਆਂ ਇੱਕ ਸਮਾਂ ਦਿੱਤਾ ਗਿਆ। ਜਿਹੜੇ ਸਕੂਲ ਵਿੱਚ ਪੜ੍ਹਦੇ ਗਏ ਉਹਨਾਂ ਨੂੰ ਵੀ ਸਮਾਂ ਦਿੱਤਾ ਗਿਆ ਵੀ ਇਸ ਵੇਲੇ ਤੁਸੀਂ ਰੋਟੀ ਖਾ ਸਕਦੇ ਹੋ। ਜੇ ਪਹਿਲਾਂ ਭੁੱਖ ਲੱਗੀ ਵੀ ਹੈ ਤਾਂ ਵੀ ਨਹੀਂ ਖਾ ਸਕਦੇ, ਤੇ ਛੁੱਟੀ ਦੇ ਟਾਈਮ 'ਤੇ ਭੁੱਖ ਨਹੀਂ ਵੀ ਲੱਗੀ, ਮਜਬੂਰੀ ਨਾਲ ਖਾਣੀ ਪੈਣੀ ਹੈ ਵੀ ਬਾਅਦ ਵਿੱਚ ਛੁੱਟੀ ਨਹੀਂ ਮਿਲਣੀ। ਦੁਨੀਆ ਦੇ ਵਿੱਚ ਕੰਮ ਕਰਨ ਵਾਲਿਆ, ਇੱਥੇ ਇੱਕ ਸਮਾਂ ਹੈ, ਉਸੇ ਸਮੇਂ ਹੀ ਤੂੰ ਛਕ ਸਕਦਾ ਹੈ। ਪਰਮਾਤਮਾ ਨੇ ਸਮਾਂ ਕੋਈ ਨਹੀਂ ਬੱਧਾ ਵੀ ਤੈਨੂੰ ਮੈਂ ਰੋਟੀ ਦੁਪਹਿਰੇ ਹੀ ਜਾ ਕੇ ਦੇਵਾਂਗਾ, ਤੈਨੂੰ ਰਾਤ ਨੂੰ ਹੀ ਮਿਲੇਗੀ, ਤੂੰ ਸਵੇਰੇ ਭੁੱਖਾ ਰਵੇਂਗਾ। ਨਹੀਂ, ਨਿਮਖ 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 ਮਾਤਰ ਸਮੇਂ ਦੇ ਵਿੱਚ ਤੂੰ ਸਾਰਿਆਂ ਦੀ ਪਾਲਣਾ ਕਰਦਾ ਹੈ। ਕਦੇ ਰੋਟੀ ਤੋਂ ਵਾਂਝਾ ਨਹੀਂ ਕਿਸੇ ਨੂੰ ਰਹਿਣ ਦਿੰਦਾ, ਭੋਜਨ ਤੋਂ ਕਿਸੇ ਨੂੰ ਬਗੈਰ ਨਹੀਂ ਰਹਿਣ ਦਿੰਦਾ।
ਨਿਮਖ ਨਿਮਖ ਕਾਲ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਦੀ ਪਾਲਣਾ ਕਰਦੇ ਹੋ। ਬਾਰਕ ਤੁਮਰੇ ਧਾਰੇ। ਮਹਾਰਾਜ ਅਸੀਂ ਬਾਰਕ ਬੱਚੇ ਆ ਤੇ ਤੁਹਾਡੇ ਆਸਰੇ ਆ। ਬੱਚਾ ਤੇ ਹੁਣ ਮਾਂ-ਬਾਪ ਦੇ ਹੀ ਆਸਰੇ ਆ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਜੀ ਅਸੀਂ ਆ ਬੱਚੇ, ਤੁਸੀਂ ਹੋ ਸਾਡੇ ਮਾਤਾ ਪਿਤਾ, ਕੇਵਲ ਸਾਨੂੰ ਤੁਹਾਡਾ ਹੀ ਆਸਰਾ ਹੈ। ਤੁਹਾਡੇ ਆਸਰੇ ਅਸੀਂ ਪਲਦੇ ਪਏ ਆ, ਤੁਸੀਂ ਮਾਂ-ਬਾਪ ਹੋ ਕੇ ਸਾਨੂੰ ਪਾਲਣ ਵਾਲੇ ਹੋ। ਜਿਹਵਾ ਏਕ ਕਵਨ ਗੁਣ ਕਈਆ। ਜੀ ਸਾਨੂੰ ਤੇ ਜ਼ੁਬਾਨ ਇੱਕ ਦਿੱਤੀ ਹੈ ਸ਼ੁਕਰਾਨਾ ਕਰਨ ਵਾਸਤੇ। ਸਾਡੀ ਇੱਕ ਜ਼ੁਬਾਨ ਤੇਰੇ ਬੇਅੰਤ ਗੁਣਾਂ ਦਾ ਵਰਣਨ ਕਿਵੇਂ ਕਰੇ। ਇਹ ਉਹਨਾਂ ਨੇ ਬਚਨ ਕੀਤੇ ਨੇ ਜਿਹੜੇ ਸ਼ੁਕਰਗੁਜ਼ਾਰ ਨੇ, ਤੇ ਜਿਹੜੇ ਨਾ ਸ਼ੁਕਰੇ ਨੇ ਨਾ ਉਹ ਪਰਮਾਤਮਾ ਦੇ ਗੁਣ ਗਾਉਣੇ ਤੇ ਦੂਰ ਦੀ ਗੱਲ, ਉਹ ਤੇ ਹਰ ਵੇਲੇ ਉਲਾਂਭਾ ਦਿੰਦੇ ਰੱਬ ਨੇ ਮੈਨੂੰ ਦਿੱਤਾ ਕੀ ਹੈ। ਹਰ ਵੇਲੇ ਉਲਾਂਭਾ, ਹਰ ਵੇਲੇ ਪਰਮਾਤਮਾ ਨੂੰ ਮਿਹਣਾ। ਇਹ ਨਾ ਸ਼ੁਕਰੇ ਲੋਕਾਂ ਦੀ ਹਾਲਤ ਹੈ। ਪਰ ਜਿਹੜੇ ਸ਼ੁਕਰਗੁਜ਼ਾਰ ਨੇ ਉਹ ਕਹਿੰਦੇ ਪਰਮਾਤਮਾ ਤੂੰ ਜ਼ੁਬਾਨ ਹੀ ਇੱਕ ਦਿੱਤੀ ਹੈ, ਮੈਂ ਇੱਕ ਦੇ ਨਾਲ ਤੇ ਬਥੇਰਾ ਤੇਰਾ ਨਾਮ ਜਪਦਾ, ਪਰ ਮੈਨੂੰ ਲੱਗਦਾ ਵੀ ਇੱਕ ਜ਼ੁਬਾਨ ਵੀ ਘੱਟ ਹੈ। ਜੇ ਮੇਰੀ ਜ਼ੁਬਾਨ ਕਿਤੇ ਬਹੁਤੀਆਂ ਹੋਣ, ਜੀਵਾ ਏਕ ਹੋਵੇ ਲੱਖ ਕੋਟੀ ਕੋਟ ਧਿਆਵੈ ਗੋ। ਹੁਣ ਮੈਂ ਇੱਕ ਜ਼ੁਬਾਨ ਦੇ ਨਾਲ ਇੱਕ ਵਾਰੀ ਵਾਹਿਗੁਰੂ ਕਹਿੰਦਾ, ਜੇ ਕਿਤੇ ਮੇਰੀਆਂ ਲੱਖਾਂ ਜ਼ੁਬਾਨਾਂ ਹੁੰਦੀਆਂ, ਲੱਖਾਂ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਕਹਿ ਦਿੰਦਾ, ਤੇਰਾ ਨਾਮ ਲੱਖਾਂ ਵਾਰੀ ਜਪਿਆ ਜਾਣਾ ਸੀ। ਇਹ ਮਹਾਰਾਜ ਜੀਆਂ ਦਾ ਬਚਨ ਸਤਿਗੁਰੂ ਕਹਿਣ ਲੱਗੇ ਕਿ ਐਸੀਆਂ ਤੇਰੀਆਂ ਦਾਤਾਂ ਨੇ, ਮੇਰੀ ਤੇ ਜ਼ੁਬਾਨ ਇੱਕ ਹੈ, ਮੈਂ ਸੋਚਦਾ ਲੱਖਾਂ ਬਣ ਜਾਣ ਤਾਂ ਵੀ ਤੇਰਾ ਸ਼ੁਕਰਾਨਾ ਹੋ ਨਹੀਂ ਸਕਦਾ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ। ਬਚਨ ਪੜਿਆ ਗੁਰੂ ਕਿਆ ਸਿੱਖਾ ਜਪਜੀ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਸਤਿਗੁਰੂ ਕਹਿਣ ਲੱਗੇ ਐ ਪਰਮਾਤਮਾ ਤੂੰ ਸਾਡੇ ਜਿੰਨੇ ਸਰੀਰ ਦੇ ਰੋਮ ਨੇ ਨਾ, ਕੇਸ, ਇਹ ਸਾਰੇ ਕੇਸ ਜ਼ੁਬਾਨਾਂ ਬਣਾ ਦੇ। ਮੈਂ ਇੱਕ ਵਾਰੀ ਜ਼ੁਬਾਨ ਚੋਂ ਵਾਹਿਗੁਰੂ ਕਵਾਂ, ਮੇਰੇ ਸਾਰੇ ਕੇਸਾਂ ਦੇ ਰੋਮਾਂ ਵਿੱਚੋਂ ਵਾਹਿਗੁਰੂ ਨਿਕਲੇ, ਮੇਰੇ ਇੱਕ ਗੇੜੇ ਦੇ ਵਿੱਚ ਲੱਖਾਂ ਵਾਰੀ ਤੇਰਾ ਨਾਮ ਜਪਿਆ ਜਾਏ। ਸਾਚੇ ਨਾਮ ਕੀ ਲੱਗੈ ਭੂਖ। ਜਿਨ੍ਹਾਂ ਨੂੰ ਭੁੱਖ ਲੱਗੀ ਹੈ ਉਹ ਤੇ ਇਹ ਕਹਿੰਦੇ ਵੀ ਜ਼ੁਬਾਨ ਇੱਕ ਥੋੜ੍ਹੀ ਹੈ, ਤੇਰਾ ਸ਼ੁਕਰਾਨਾ ਬਹੁਤਾ। ਇਹ ਸ਼ੁਕਰਗੁਜ਼ਾਰ ਲੋਕਾਂ ਦੀ ਹਾਲਤ। ਜਿਹੜੇ ਨਾ ਸ਼ੁਕਰੇ ਨੇ ਨਾ ਉਹ ਕਹਿੰਦੇ ਪਰਮਾਤਮਾ ਵੀ ਤੂੰ ਤੇ ਦਿੱਤਾ ਹੀ ਕੁਝ ਨਹੀਂ ਹੈ, ਮੇਰੇ ਕੋਲ ਤੇ ਹੈ ਹੀ ਕੁਝ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹਵਾ ਏਕ ਕਵਨ ਗੁਣ ਕਹੀਐ। ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰਾਂ, ਕਿਹੜੇ ਕਿਹੜੇ ਗੁਣ ਕਵਾਂ, ਕਹਿ ਨਹੀਂ ਜਾ ਸਕਦੇ ਹਨ। ਬੇਸਮਾਰ ਬੇਅੰਤ ਸੁਆਮੀ। ਪਰਮਾਤਮਾ ਜੀ ਤੁਸੀਂ ਬੇਅੰਤ ਹੋ, ਕਿਸੇ ਵੀ ਤਰ੍ਹਾਂ ਤੁਹਾਡਾ ਅੰਤ ਨਹੀਂ ਹੈ। ਜੇ ਇਹ ਗੱਲ ਕਰੀਏ ਵੀ ਤੁਸੀਂ ਭੋਜਨ ਦੇਣ ਵਾਲੇ ਹੋ, ਕਿੰਨਿਆਂ ਨੂੰ ਦਿੰਦੇ ਪਏ ਕੋਈ ਅੰਤ ਨਹੀਂ, ਕਿਵੇਂ ਦਿੰਦੇ ਪਏ ਕੋਈ ਅੰਤ ਨਹੀਂ, ਕਿਵੇਂ ਪਾਲਦੇ ਪਏ ਕੋਈ ਅੰਤ ਨਹੀਂ। ਤੁਸੀਂ ਬੇਅੰਤ ਹੋ, ਕਿਸੇ ਤਰੀਕੇ ਦੇ ਨਾਲ ਵੀ ਤੁਹਾਡਾ ਅੰਤ ਨਹੀਂ ਹੈ। ਤੁਸੀਂ ਬੇਸ਼ੁਮਾਰ ਹੋ। ਬੇਸ਼ੁਮਾਰ ਤੋਂ ਭਾਵ ਹੁੰਦਾ ਬੇਗਿਣਤ, ਜਿਹੜਾ ਗਿਣਤੀ ਵਿੱਚ ਨਾ ਆਵੇ। ਆਪ ਜੀ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਆਉਣ ਵਾਲੇ, ਗਿਣਤੀ ਤੋਂ ਬਾਹਰੇ ਹੋ, ਬੇਅੰਤ ਹੋ, ਸੁਆਮੀ ਹੋ, ਸਾਰਿਆਂ ਦੇ ਮਾਲਕ ਹੋ। ਤੇਰੋ ਅੰਤ ਨਾ ਕਿਨਹੀ ਲਈਆ। ਆਪ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦੁਨੀਆ ਵਿੱਚ ਬੜੇ ਹੋਏ ਜਿਨ੍ਹਾਂ ਨੇ ਇਹ ਸੋਚਿਆ ਵੀ ਰੱਬ ਦਾ ਅੰਤ ਪਾ ਲਵਾਂਗੇ। ਚਤੁਰਾਨਨ ਸੇ, ਰੂਪ ਨਾਨਕ ਸੇ ਬਚਨ ਬਾਣੀ ਦਾ ਪੜ੍ਹਦੇ ਹਨ, ਪਰ ਮਹਾਰਾਜ ਕਹਿਣ ਲੱਗੇ ਇੰਨੇ ਇੰਨੇ ਵੱਡੇ ਲੋਕ ਵੀ ਤੇਰੇ ਅੰਤ ਨੂੰ ਪਾ ਨਹੀਂ ਸਕੇ, ਕਿਉਂਕਿ ਤੂੰ ਬੇਅੰਤ ਹੈ। ਤੇਰੋ ਅੰਤ ਨਾ ਕਿਨਹੀ ਲਹੀ ਹੈ, ਤੇਰਾ ਅੰਤ ਕਿਸੇ ਨੇ ਨਹੀਂ ਪਾਇਆ। ਜਦੋਂ ਤੋਂ ਦੁਨੀਆ ਬਣੀ ਹੈ, ਜਦੋਂ ਤੱਕ ਦੁਨੀਆ ਬਣੀ ਰਹੇਗੀ, ਤੇਰਾ ਕੋਈ ਅੰਤ ਨਹੀਂ ਪਾਵੇਗਾ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨਹ ਤੇਰਾ, ਤੂੰ ਆਪਣਾ ਆਪ ਜਾਣੈ ਹੈ। ਆਪਣੇ ਆਪ ਨੂੰ ਤੂੰ ਆਪੇ ਜਾਣਦਾ, ਤੇਰੇ ਅੰਤ ਨੂੰ ਕੋਈ ਪਾ ਨਹੀਂ ਸਕਦਾ ਹੈ। ਰਹਾਉ ਕੋਟ ਪ੍ਰਾਦ ਹਮਾਰੇ ਖੰਡੋ। ਏਡੇ ਵੱਡੇ ਸਮਰੱਥ ਹੋ, ਇੱਕ ਗਲਤੀ ਕਿਸੇ ਦੀ ਮਾਫ ਕਰਨੀ ਪਵੇ ਤੇ ਬੜੀ ਔਖੀ ਲੱਗਦੀ ਹੈ। ਇੱਕ ਗਲਤੀ ਵੀ ਮਾਫ ਨਹੀਂ ਕੀਤੀ ਜਾ ਸਕਦੀ ਹੈ। ਜੇ ਅਸੀਂ ਕੋਈ ਗਲਤੀ ਕਰ ਲਈਏ, ਕਰਕੇ ਸਾਡਾ ਉਹ ਕੇਸ ਕਿਤੇ ਕੋਰਟ ਕਚਹਿਰੀ ਚਲੇ ਜਾਵੇ ਨਾ, ਉੱਥੇ ਇੱਕ ਦੀ ਵੀ ਮਾਫੀ ਨਹੀਂ ਹੈ। ਭਾਵੇਂ ਛੋਟਾ ਹੈ ਤੇ ਭਾਵੇਂ ਵੱਡਾ ਗੁਨਾਹ, ਸਜ਼ਾ ਜ਼ਰੂਰ ਮਿਲੇਗੀ। ਦੁਨੀਆ ਦੇ ਵਿੱਚ ਇੱਕ ਵੀ ਗੁਨਾਹ, ਇੱਕ ਵੀ ਗਲਤੀ ਮਾਫ ਨਹੀਂ ਹੁੰਦੀ ਹੈ। ਪਰ ਪਰਮਾਤਮਾ ਇਹੋ ਜਿਹਾ ਹੈ,
कोट अपराध हमारे खंडो। करोड़ां अपराध करोड़ां गलतियां सतगुरु झट माफ़ कर देंदे, उसे वेले माफ़ हो जांदियां। गुरु हरराए महाराज साहब जियां दे सिख ने भाई गौरा जी। एक वेले भाई गौरा जी ने अपनी बंदूक दे विचों गोली चला के गुरु हरराए साहब महाराज दे सीस दे उपर जिहड़ा सिख चौर करदा पिया सी उहनूं गोली मार के मारिया। दीवान दे विच बैठिया कोई गल ही इहो जी कर दित्ती, कोई मिहणा मार दिता। भाई गौरा जी नूं गुस्सा आ गया, उन्हें अपने बंदे मगर ला दिते भी ये कदों उठदा कदों बहिंदा कित्थे जांदा, इहदा बिल्कुल पूरा ध्यान रखो, जदों मौका मिलेगा छड्डना कोई नहीं। कहन लगे समा इस तरह का बनिया, किते भाई वो जिहड़ा सिख सी ना बाहर निकलिया, किते घोड़े ते चढ़ के जान लगा, तो उन्हां लोकां ने दस्सण वालियां ने आके भाई गौरा जी नूं दस्सिया भी फलाना बंदा बाहर चले गया। बाहर जान की गल सुनी, भज के गया बंदूक लैके ते गोली मार के मार दिता। गल गुरु हरराए पातशाह दे दरबार विच पहुंची। महाराज बड़े नाराज होए भाई गौरा जी तो, कहन लगे गौरिया बहुत वड्डा पाप ते वड्डा गुनाह कीता तू, जे उन्हें गलती की तू सानू दसदा, वो साडे सीस ते चौर करन वाला सिख सी, उन्हें गलती की आपां असीं सज़ा दिंदे, पर तू साडे सिख ते इस तरह करके चंगा नहीं कीता, असीं तेरे ते सख्त नाराज़ हाँ। तो फिर महाराज दे मुखों ना 101 बचन निकलिया। विद्वाना ने लिखा भी 101 बचन गुरु हरराए साहब जी ने आख्या, गौरिया तेरा ये भी नुकसान होवेगा, तेरा ये भी नुकसान होवेगा, तैनू ये भी फल मिलेगा। ते अखीर दे विच जाके आख्या गौरिया तू फाया लग के मरेगा, तेरे गल विच फाही पवेगी तां मरेगा। 101 बचन महाराज दे मुखों निकल गया। साखी बड़ी लम्मी है। एक दिन गुरु हरराए साहब जी अपना परिवार लैके किते जा रहे सन, महाराज अगे अगे परिवार पिछे पिछे। लाहौर तो कोई फौज का दस्ता आ रहा है, कोई फौज की टुकड़ी आ रही है। महाराज का परिवार वेख के उन्होंने हमला कर दिता भी लुट लईए। महाराज का परिवार जांदा गहना गट्टा धन माल जो लुट लईए। सतगुरु अगे चले गए सन अपने सूरमे लैके, ते भाई गौरा महाराज के परिवार के पिछे आ रहा सी। जदों वेख्या ना भी मेरे गुरु परिवार के उपर दुश्मन ने हमला कर दिता, तो भाई गौरे ने यह नहीं सोचिया भी मैनू 101 शराब मिलिया, मेरे नाल ते गुरु नाराज़ है, मैं गुरु परिवार की सेवा क्यों करा। सारियां गल्लां भुला के झाटी अपने साथियां नूं लैके टुट के पै गया वो दस्ते दे उपर जिहड़ा लाहौरों चढ़ के आया। कईयां नूं मौत दे घाट उतारिया ते कईयां नूं मार मार के भिजा दिता। परिवार नूं पूरा सेफ रखिया, पूरी रखिया कीती। ते जदों एक गल परिवार ने जाके गुरु हरराए पातशाह नूं दसी, महाराज बड़े खुश होए। भाई गौरे नूं बुलाया दरबार दे विच, कहन लगे गौरिया असीं 101 तैनूं शराफ दिता सी, तेरे सारे ही माफ़ कर दिते। सत श्री अकाल। तेरे सारे सराफ जिहड़े सन माफ़ हो गए, कोई लेखा रह नहीं गया। जदों ये बचन आखे तो भाई गौरा जी ने हथ जोड़ लिया, कहन लगा नहीं महाराज आप जी ठीक हो, बख्शन दो, बख्श लेंदे हो वड्डे गुनाहां नूं पापां नूं, बेअंत गलतियां आप जी बख्शदे हो, पर 101 माफ़ ना करो, 100 माफ़ कर दिओ ते 1 मेरे कोल रहण दिओ। महाराज कहन लगे 1 बचन क्यों कोल रखना है जदों सारे माफ़ कर दे। कहन लगा महाराज दुनिया तो मर के ते जाना ही है, पर जिहड़ा तुसीं अखीर ते बचन आखिया सी ना भी मैनू फाही लगे, फांसी लगे ते फिर मैं मरां, ये बचन मेरे कोल रहन दिओ। मरना तो वैसे भी मंजे ते पै गया, रस्से नाल लटके भी मरना ही है, मरना तो है, पर यह बचन रहन दिओ। महाराज ने पूछया क्यों, तो भाई गौरा जी कहन लगे महाराज मैं ये गल तां कीती है, दुनिया के लोग किते ये ना कहन भी गुरु हरराए पातशाह दे विच कोई शक्ति नहीं है, कोई ताकत नहीं है, भी पहला एवें ही 100 बचन कर दिते फिर आपे ही बचन वापस ले ले, गुरु विच ते कोई ताकत ही ना होई। दुनिया नूं पता लगे
ਮੇਰੇ ਗੁਰੂ ਹਰ ਰਾਏ ਪਾਤਸ਼ਾਹ ਜੀ ਬੜੇ ਸਮਰੱਥ ਨੇ। ਜੇ ਇਹਨਾਂ ਦੇ ਮੂੰਹੋਂ ਬਚਨ ਨਿਕਲਦੇ ਉਹ ਪੂਰੇ ਹੁੰਦੇ। ਜਿਸ ਦਿਨ ਮੈਂ ਫਾਹੀ ਲਾ ਕੇ ਮਰਾਂਗਾ ਉਸ ਦਿਨ ਇਹ ਗੱਲ ਸਿੱਧ ਹੋ ਜਾਏਗੀ ਕਿ ਧੰਨ ਗੁਰੂ ਹਰ ਰਾਏ ਪਾਤਸ਼ਾਹ ਦੇ ਬਚਨ ਕਦੇ ਨਿਸਫਲ ਨਹੀਂ ਜਾਂਦੇ, ਅਟਲ ਹੁੰਦੇ ਨੇ। ਇਹ ਬਚਨ ਮੇਰੇ ਕੋਲ ਰਹਿਣ ਦਿਓ। ਸਤਿਗੁਰੂ ਸੁਣ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਭਾਈ ਗੌਰਿਆ ਤੈਨੂੰ ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਕੋਟ ਅਪਰਾਧ ਹਮਾਰੇ ਖੰਡੋ। ਸਤਿਗੁਰੂ ਜਦੋਂ ਮਾਫ ਕਰਦੇ ਫਿਰ ਇਹ ਨਹੀਂ ਵੇਖਦੇ ਵੀ ਇੱਕ ਗਲਤੀ ਕਿ ਦੋ ਹੈ ਕਿ ਪੰਜ ਹੈ ਕਿ 10 ਹੈ। ਜਦੋਂ ਮਾਫ ਕਰਦੇ ਫਿਰ ਕਰੋੜਾਂ ਅਪਰਾਧ, ਕਰੋੜਾਂ ਗੁਨਾਹ ਐਬ ਸਾਰੇ ਮਾਫ ਕਰਨ ਦੀ ਸਮਰੱਥਾ ਰੱਖਦੇ। ਜਿਵੇਂ ਭਾਈ ਗੌਰਾ ਜੀ ਨੂੰ ਮਹਾਰਾਜ ਨੇ ਮਾਫ ਕਰ ਦਿੱਤਾ ਹੈ। ਅਨੇਕ ਵਿਧੀ ਸਮਝਾਵੋ, ਤਰੀਕਿਆਂ ਨਾਲ ਆਪ ਜੀ ਸਮਝ ਦੇਣ ਵਾਲੇ, ਸਿੱਖਿਆ ਦੇ ਕੇ ਸਮਝਾਉਣ ਵਾਲੇ ਹੋ। ਹਮ ਗਿਆਨ ਅਲਪ ਮਤ ਥੋੜੀ, ਹਮ ਅਗਿਆਨ ਅਸੀਂ ਅਗਿਆਨੀ ਹਾਂ, ਅਲਪ ਮਤ ਥੋੜੀ। ਗੁਰਬਾਣੀ ਦੇ ਵਿੱਚ ਕਿਤੇ ਵੀ ਪਾਠ ਅਲਪ ਨਹੀਂ ਕਰਨਾ ਹੈ। ਜਿਹੜੇ ਸਹਿਜ ਪਾਠ ਕਰਨ ਵਾਲੇ ਗੁਰੂ ਕੇ ਸਿੱਖ ਨੇ ਇਸ ਬਚਨ ਨੂੰ ਨੋਟ ਰੱਖਣਾ, ਧਿਆਨ ਵਿੱਚ ਰੱਖਣਾ। ਅਲਪ ਪਾਠ ਨਹੀਂ ਕਰਨਾ। ਹਮ ਅਗਿਆਨ ਅਲਪ ਮਤ ਥੋੜੀ, ਅਲਪ ਪਾਠ ਹੈ। ਅਸੀਂ ਥੋੜੀ ਮਤ ਵਾਲੇ ਅਗਿਆਨੀ ਪੁਰਸ਼ ਹਾਂ ਮਹਾਰਾਜ, ਸਾਡੇ ਵਿੱਚ ਇੰਨੀ ਸੋਝੀ ਨਹੀਂ ਹੈ। ਤੁਮ ਆਪਨ ਬਿਰਦ ਰਖਾਵੋ, ਆਪਣੇ ਬਿਰਦ ਦੀ ਰੱਖਿਆ ਕਰੋ। ਆਪ ਜੀ ਦਾ ਬਿਰਦ ਹੈ ਪਤਿਤ ਪਾਵਨ ਭਗਤ ਵਛਲ। ਇਸ ਬਿਰਦ ਦੀ ਰੱਖਿਆ ਕਰਦਿਆਂ ਹੋਇਆਂ ਮਹਾਰਾਜ ਸਾਨੂੰ ਰੱਖ ਲੈਣਾ ਕਰੋ। ਤੁਮਰੀ ਸਰਣ ਤੁਮਾਰੀ ਆਸਾ, ਆਪ ਜੀ ਦੀ ਸ਼ਰਨ ਵਿੱਚ ਆਏ ਆ। ਸ਼ਰਨ ਵਿੱਚ ਤਾਂ ਆਏ ਆ ਕਿਉਂਕਿ ਸਾਨੂੰ ਇੱਕ ਤੁਹਾਡੀ ਆਸਾ ਹੈ। ਤੁਹਾਡੇ ਤੋਂ ਬਿਨਾ ਸਾਡੀ ਹੋਰ ਕਿਸੇ ਤੇ ਆਸਾ ਨਹੀਂ ਹੈ। ਤੁਮਹੇ ਸੱਜਣ ਸੁਹੇਲੇ, ਉਹ ਸਾਡੇ ਸੱਜਣ ਲੋਕ ਦੇ, ਪਰਲੋਕ ਦੇ ਤੇ ਸੁਹੇਲੇ ਕਹੀਏ ਸੁਖ ਦੇਣ ਵਾਲੇ ਹੋ। ਐਸ ਲੋਕ ਵਿੱਚ ਵੀ ਸੁਖ ਦਿੰਦੇ ਹੋ, ਪਰਲੋਕ ਵਿੱਚ ਵੀ ਸੁਖ ਦਿੰਦੇ ਹੋ। ਐਸੇ ਆਪ ਜੀ ਸੱਜਣ ਸੁਖ ਦੇਣ ਵਾਲੇ ਹੋ। ਰੱਖੋ ਰਾਖਨ ਹਾਰ ਦਿਆਲਾ, ਦਿਆਲੂ ਪਰਮਾਤਮਾ ਸਾਨੂੰ ਰੱਖ ਲਓ, ਕਿਰਪਾ ਕਰਕੇ ਰੱਖ ਲੈਣਾ ਕਰੋ ਜੀ। ਨਾਨਕ ਘਰ ਕੇ ਗੋਲੇ, ਆਪ ਜੀ ਦੇ ਘਰ ਦੇ ਗੋਲੇ ਆ। ਗੋਲਾ ਕਹਿੰਦੇ ਦਾਸ ਨੂੰ। ਮੈਂ ਤੇ ਤੁਹਾਡੇ ਘਰ ਦਾ ਦਾਸ ਹਾਂ, ਪਾਣੀ ਭਰਨ ਵਾਲਾ ਹਾਂ ਮਹਾਰਾਜ। ਆਪਣੇ ਘਰ ਦਾ ਨੌਕਰ ਜਾਣ ਕੇ, ਸੇਵਕ ਜਾਣ ਕੇ, ਪਾਣੀ ਭਰਨ ਵਾਲਾ ਜਾਣ ਕੇ ਮੈਨੂੰ ਰੱਖ ਲਓ, ਮੈਨੂੰ ਬਚਾ ਲਓ, ਮੇਰੇ ਤੇ ਕਿਰਪਾ ਕਰ ਦਿਓ। ਇਹ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ। ਸਮੇਂ ਦੀ ਸਮਾਪਤੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।